ਅਕਾਲੀ ਦਲ ਬਰਬਾਦ ਕਰ ਦਿੱਤਾ ਤੁਸੀਂ ਸੰਗਰੂਰ ਦੇ ਵਿੱਚ। ਤੁਹਾਡੇ ਕਰਕੇ ਅਕਾਲੀ ਦਲ ਦੇ ਵਿੱਚ ਬੜੇ ਠੱਗ ਤੇ ਚੋਰ ਇਕੱਠੇ ਹੋ ਗਏ ਸੀ। ਮੈਨੂੰ ਇਕਬਾਲ ਸਿੰਘ ਝੁੰਦਾ ਤੇ ਹੈਰਾਨਗੀ ਹੈ, ਉਹ ਦੱਸਣ ਵੀ ਉਹਨਾਂ ਦੀ ਪਾਰਟੀ 'ਚ ਕਿਹੜੇ ਠੱਗ ਚੋਰ ਨੇ। ਇਹੋ ਜਿਹੇ ਲੋਕਾਂ ਦੇ ਪੈਰ ਤਾਂ ਹੁੰਦੇ ਨਹੀਂ, ਭਾਰ ਝੱਲਦੇ ਨਹੀਂ ਪੈਰ। ਤੇ ਫਿਰ ਉਹਨੇ ਅਗਲੇ ਦਿਨ ਨਾਲ ਦੀ ਨਾਲ ਬਿਆਨ ਬਦਲਤਾ ਵੀ ਮੈਂ ਤਾਂ ਉਹਨਾਂ ਉੱਤੇ ਕਿਹਾ ਸੀ। ਸਰਕਾਰ ਬਣਦੇ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਇਕਬਾਲ ਸਿੰਘ ਝੁੰਦਾ ਨੂੰ ਜੁਆਇਨ ਕਰਾਇਆ ਸੀ, ਉਹਨੂੰ ਆਪ ਨੂੰ ਜੁਆਇਨ ਕਰਾਇਆ ਸੀਗਾ। ਫਿਰ ਤਾਂ ਉਹ ਆਪਦੇ ਆਪ ਤੇ ਹੀ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਨੇ। ਸਿਰਫ ਚਾਪਲੂਸੀ ਕਰਕੇ ਆਪਦੀ ਸਿਆਸਤ ਨੂੰ ਅੱਗੇ ਵਧਾਉਣਾ ਚਾਹੁੰਦੇ, ਐ ਨਹੀਂ ਵਧਣੀ। ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਹਟਾ ਦਿੰਦਾ ਹੈਗਾ ਤੇ ਅਕਾਲੀ ਦਲ ਮੁੜ ਸੁਰਜੀਤ ਹੋ ਜਾਏਗਾ ਜੀ। ਲੋਕ ਚਾਹੁੰਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪਾਸੇ ਹੋਣ। ਉਹ ਤਾਂ ਕਹਿੰਦੇ ਕਿ ਅਗਲੇ 10 ਸਾਲ ਤੱਕ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ ਤੇ ਜਿਹੜਾ ਹਟਾਉਣ ਦੀ ਸੋਚ ਰਹੇ ਨੇ ਉਹ ਭੁੱਲ ਜਾਣ। ਕਹਿੰਦੇ ਕਿ ਆਨੰਦ ਮਾਨਿਆ 10 ਸਾਲ ਢੀਂਡਸਾ ਪਰਿਵਾਰ ਨੇ ਆਪ ਰਾਜ ਸਭਾ ਚਲੇ ਗਏ, ਪਰਮਿੰਦਰ ਹੋਣੀ ਮਿਨਿਸਟਰ ਬਣ ਗਏ ਹੈਗੇ। 17 ਅਕਾਲੀ ਦਲ ਹਾਰ ਜਾਂਦਾ ਹੈਗਾ, 18-19 ਚ ਇਹਨਾਂ ਨੂੰ ਚੇਤਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਹਟਾਓ, ਜਦੋਂ 12 ਚ ਰਿਪੀਟ ਕਹਿੰਦੇ ਸੀ ਸੁਖਬੀਰ ਵਰਗਾ ਯੋਧਾ ਨਹੀਂ ਹੈ। ਜਿਹੜਾ ਹੈ ਪਿੱਛੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਨੂੰ ਆਫਰ ਦਿੱਤੀ ਸੀ, ਅਸੀਂ ਜਵਾਬ ਦਿੱਤਾ ਜੇ ਸਾਨੂੰ ਸੱਤਾ ਦੀ ਐਡੀ ਵੱਡੀ ਲਾਲਸਾ ਹੁੰਦੀ ਅਸੀਂ ਉਹਨਾਂ ਨਾਲ ਨਾ ਚਲੇ ਜਾਂਦੇ। ਪਰਮਿੰਦਰ ਸਿੰਘ ਸੁਖਦੇਵ ਸਿੰਘ ਢੀਂਡਸਾ ਕੋਈ ਮਾਇਨੇ ਨਹੀਂ ਰੱਖਦੇ, ਪਾਰਟੀ ਮਾਇਨੇ ਰੱਖਦੀ ਹੈ, ਸੋਚ ਮਾਇਨੇ ਰੱਖਦੀ ਹੈ। ਅਕਾਲੀ ਦਲ ਚੋਂ ਸਾਨੂੰ ਬਿਨਾਂ ਕਾਰਨ ਦੱਸੇ ਨੋਟਿਸ ਸਾਨੂੰ ਕੱਢਿਆ ਗਿਆ, ਮੈਨੂੰ ਤੇ ਢੀਂਡਸਾ ਸਾਹਿਬ ਨੂੰ ਪਾਰਟੀ ਚੋਂ ਕੱਢਿਆ ਗਿਆ। ਅਸੀਂ ਨਹੀਂ ਕੋਈ ਪਾਰਟੀ ਛੱਡੀ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੁੰਦਾ ਹੋਣਾ ਨੇ ਢੀਂਡਸਾ ਪਰਿਵਾਰ ਤੇ ਇਲਜ਼ਾਮ ਲਗਾਏ ਨੇ ਕਿ 10 ਸਾਲਾਂ ਦੇ ਵਿੱਚ ਸੰਗਰੂਰ ਜ਼ਿਲ੍ਹਾ ਜਿਹੜਾ ਅਕਾਲੀ ਦਲ ਦੀ ਸਿਆਸਤ ਦੀ ਰਾਜਧਾਨੀ ਮੰਨੀ ਜਾਂਦੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ। ਤੇ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਸਾਬਕਾ ਵਜ਼ੀਰ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨਾਲ। ਢੀਂਡਸਾ ਸਾਹਿਬ ਕਹਿੰਦੇ ਅਕਾਲੀ ਦਲ ਬਰਬਾਦ ਕਰ ਦਿੱਤਾ ਤੁਸੀਂ ਸੰਗਰੂਰ ਦੇ ਵਿੱਚ, ਤੁਹਾਡੇ ਕਰਕੇ ਅਕਾਲੀ ਦਲ ਦੇ ਵਿੱਚ ਬੜੇ ਠੱਗ ਤੇ ਚੋਰ ਇਕੱਠੇ ਹੋ ਗਏ ਸੀ। ਦੇਖੋ ਗੱਲ ਇਹ ਹੈ, ਇਹਦੇ ਦੋ ਚੀਜ਼ਾਂ ਮੈਂ ਕਹਿਣਾ ਚਾਹੁੰਦਾ ਜੀ। ਪਹਿਲੀ ਗੱਲ ਤਾਂ ਮੈਨੂੰ ਇਕਬਾਲ ਸਿੰਘ ਝੁੰਦਾ ਤੇ ਹੈਰਾਨਗੀ ਹੈ ਕਿ ਪਹਿਲਾਂ ਉਹਨੇ ਕੁਛ ਬਿਆਨ ਦਿੱਤਾ, ਫਿਰ ਜਦ ਸੁਖਬੀਰ ਸਿੰਘ ਬਾਦਲ ਨੇ ਘੁਰਕੀ ਮਾਰੀ ਜੀ, ਇਹੋ ਜਿਹੇ ਲੋਕਾਂ ਦੇ ਪੈਰ ਤਾਂ ਹੁੰਦੇ ਨਹੀਂ ਜੀ, ਭਾਰ ਝੱਲਦੇ ਨਹੀਂ ਪੈਰ। ਤੇ ਫਿਰ ਉਹਨੇ ਅਗਲੇ ਦਿਨ ਨਾਲ ਦੀ ਨਾਲ ਬਿਆਨ ਬਦਲਤਾ ਵੀ ਮੈਂ ਤਾਂ ਉਹਨਾਂ ਉੱਤੇ ਕਿਹਾ ਸੀ। ਸਾਨੂੰ ਤਾਂ ਪਾਰਟੀ ਤੋਂ ਅੱਡ ਹੋਏ ਬਹੁਤ ਸਮਾਂ ਹੋ ਗਿਆ, ਇਲੈਕਸ਼ਨਾਂ 'ਚ ਤਾਂ ਮਾੜਾ ਹਾਲ ਹੁਣ ਹੋਇਆ ਉਹਨਾਂ ਦਾ। ਹੁਣ ਗੱਲ ਤਾਂ ਉਹਨੇ ਹੁਣ ਬਾਰੇ ਕੀਤੀ ਸੀ ਵੀ ਇਲੈਕਸ਼ਨਾਂ 'ਚ ਸਾਡਾ ਬੁਰਾ ਹਾਲ ਹੋ ਗਿਆ, ਤੇ ਜਿਨ੍ਹਾਂ ਨੂੰ ਹੁਣ ਟਿਕਟਾਂ ਦਿੱਤੀਆਂ ਉਹਨਾਂ ਤੇ ਇਹਨਾਂ ਨੇ ਇਲਜ਼ਾਮ ਲਾਏ, ਕਿਉਂਕਿ ਹੁਣ ਤਾਂ ਪਾਰਟੀ 'ਚ ਅਸੀਂ ਹੈ ਨਹੀਂ। ਪਾਰਟੀ ਦੇ ਕਿਹੜੇ ਬੰਦੇ ਠੱਗ ਚੋਰ ਉਹਨਾਂ ਦੀ ਪਾਰਟੀ 'ਚ ਨੇ, ਸਾਡੇ ਜਿਹੜੀ ਪਾਰਟੀ ਵਾਲੇ ਬੰਦੇ ਉਹਨਾਂ ਨਾਲ ਤਾਂ ਉਹਨਾਂ ਦਾ ਕੋਈ ਸਰੋਕਾਰ ਨਹੀਂ। ਹੁਣ ਉਹ ਦੱਸਣ ਵੀ ਉਹਨਾਂ ਦੀ ਪਾਰਟੀ 'ਚ ਕਿਹੜੇ ਠੱਗ ਚੋਰ ਨੇ। ਸੋ ਉਹਨਾਂ ਨੇ ਤਾਂ ਸਿਰਫ ਮੈਨੂੰ ਜੋ ਹੈਗਾ ਵੀ ਜਦ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਖਿੱਚਿਆ ਤਾਂ ਫਿਰ ਨਾਲ ਦੀ ਨਾਲ ਘਬਰਾ ਕੇ ਉਹਨਾਂ ਨੇ ਫਿਰ ਆਪਦੀ ਇਹ ਕਹਾਣੀ ਘੜ ਲਈ। ਤੇ ਦੂਜੀ ਗੱਲ ਜਿਹੜਾ ਉਹ ਕਹਿੰਦੇ ਨੇ 10 ਸਾਲਾਂ 'ਚ ਬੰਦੇ ਜੁਆਇਨ ਕਰਾਏ, ਸਭ ਤੋਂ ਪਹਿਲਾਂ ਬੰਦਾ ਕੌਣ ਜੁਆਇਨ ਕਰਾਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਰਕਾਰ ਬਣਦੇ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਇਕਬਾਲ ਸਿੰਘ ਝੁੰਦਾ ਨੂੰ ਜੁਆਇਨ ਕਰਾਇਆ ਸੀ, ਉਹਨੂੰ ਆਪ ਨੂੰ ਜੁਆਇਨ ਕਰਾਇਆ ਸੀਗਾ। ਫਿਰ ਤਾਂ ਉਹ ਆਪਦੇ ਆਪ ਤੇ ਹੀ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਨੇ ਵੀ ਸਭ ਤੋਂ ਪਹਿਲਾਂ ਬੰਦਾ ਜਦ ਉਹ ਉਹਨਾਂ ਨੂੰ ਜਿਤਾਉਣ 'ਚ ਤੇ ਉਹਨਾਂ ਨੂੰ ਫਿਰ ਆਜ਼ਾਦ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਾਉਣ 'ਚ ਜੇ ਕੋਈ ਢੀਂਡਸਾ ਸਾਹਿਬ ਦਾ ਰੋਲ ਹੈਗਾ, ਇਹ ਉਹਨਾਂ ਤੋਂ ਪੁੱਛ ਲਿਓ ਵੀ ਤੁਹਾਨੂੰ ਢੀਂਡਸਾ ਸਾਹਿਬ ਨੇ ਜੁਆਇਨ ਕਰਾਇਆ ਸੀ ਕਿ ਨਹੀਂ ਸਰਕਾਰ ਬਣਨ ਸਾਰ। ਸੋ ਅੱਜ ਉਹ ਕਿਹੜੇ ਬੰਦੇ ਨੇ ਸਾਡੇ ਜਿਹੜੇ ਨਾਲ ਅੱਜ ਜਿਹੜੇ ਬੰਦੇ ਨੇ ਉਹਨਾਂ 'ਤੇ ਤਾਂ ਕੋਈ ਕਿਸੇ 'ਤੇ ਇਲਜ਼ਾਮ ਨਹੀਂ ਹੈ। ਦੱਸ ਦੇਣ ਕਿਸੇ 'ਤੇ ਕੋਈ ਇਲਜ਼ਾਮ ਹੋਵੇ, ਤੁਸੀਂ ਇਲਾਕੇ ਦੇ ਵਿੱਚ ਲੋਕਾਂ ਤੋਂ ਪੁੱਛ ਲਓ। ਅਤੇ ਇਸ ਲਈ ਇਹ ਹੁਣ ਸਿਰਫ ਚਾਪਲੂਸੀ ਕਰਕੇ ਆਪਦੀ ਸਿਆਸਤ ਨੂੰ ਅੱਗੇ ਵਧਾਉਣਾ ਚਾਹੁੰਦੇ, ਐ ਨਹੀਂ ਵਧਣੀ। ਸਿਆਸਤ ਵਧਣੀ ਹੈ ਲੋਕਾਂ ਦੇ ਨਾਲ, ਲੋਕਾਂ ਦੇ ਪਿਆਰ ਦੇ ਨਾਲ। ਅਤੇ ਤਾਂ ਹੀ ਜੇ ਢੀਂਡਸਾ ਪਰਿਵਾਰ ਅੱਜ ਉਹਨਾਂ ਤੋਂ ਅੱਡ ਹੋਇਆ, ਤੁਸੀਂ MP ਇਲੈਕਸ਼ਨ ਲੜ ਕੇ ਹਟੇ ਨੇ, ਕਿੰਨੀਆਂ ਵੋਟਾਂ ਲੈ ਪੈ ਗਈਆਂ ਉਹਨਾਂ ਨੂੰ ਜ਼ਰਾ ਪੁੱਛ ਲਿਓ। ਸੋ ਇਸ ਲਈ ਇਹ ਗੱਲਾਂ ਸ਼ੋਭਦੀਆਂ ਨਹੀਂ, ਆਪਦੀ ਬੰਦੇ ਦੀ ਇੱਕ ਛੋਟੀ ਸੋਚ ਦਰਸਾਉਂਦੀਆਂ। ਜਦ ਤੁਸੀਂ ਇਹੀਆਂ ਜਿਹੀਆਂ ਗੱਲਾਂ ਕਰਦੇ ਹੋ, ਜਿਨ੍ਹਾਂ ਨੂੰ ਅੱਜ ਤੋਂ ਜਦ ਸਰਕਾਰ ਸੀ ਉਦੋਂ ਤਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਆਪਦਾ ਉਹ ਜਿਹੜਾ ਹੈ ਆਗੂ ਮੰਨਦੇ ਸੀ, ਉਹਨਾਂ ਤੋਂ ਸਾਰੇ ਹਰ ਗੱਲ ਹੀ ਉਹਨਾਂ ਕੋਲ ਪਹੁੰਚ ਕਰਦੇ ਸੀ, ਉਹਨਾਂ ਤੋਂ ਕੰਮ ਕਰਾਉਂਦੇ ਸੀ। ਤੇ ਅੱਜ ਉਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਮਾੜੇ ਲੱਗਣ ਲੱਗ ਪਏ। ਅੱਛਾ, ਕੀ ਗੱਲ ਹੈ? ਕਿਉਂਕਿ ਜਦੋਂ ਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡਿਆ, ਕਿਸੇ ਵੀ ਛੋਟੇ ਤੋਂ ਲੈ ਕੇ ਈਵਨ ਕਿ ਵੱਡੇ ਬਾਦਲ ਸਾਹਿਬ ਤੱਕ ਵੀ ਢੀਂਡਸਾ ਸਾਹਿਬ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਹੈਗਾ। ਇਕਬਾਲ ਸਿੰਘ ਝੁੰਦਾ ਸਾਹਿਬ ਨੂੰ ਕਿੱਥੋਂ ਸ਼ਰੀਕ ਪਾਉਣਾ ਯਾਦ ਆ ਗਿਆ ਜੀ? ਦੇਖੋ ਕਈ ਬੰਦੇ ਨਾ ਜੀ, ਗੱਲ ਹੈ ਵੀ ਆਪਦੀ ਸਿਆਸਤ ਚਮਕਾਉਣ ਲਈ ਉਹ ਮੌਕਾ ਲੱਭਦੇ ਆ।
ਤੇ ਦੂਸਰਾ ਜਿਵੇਂ ਤੁਹਾਨੂੰ ਦੱਸਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੁਰਕੀ ਤੋਂ ਡਰ ਗਏ ਉਹ। ਤੁਸੀਂ ਦੇਖੋ ਉਹਨਾਂ ਨੇ ਪਹਿਲੀ ਗੱਲ ਤਾਂ ਜਦ ਉਹਨਾਂ ਨੇ ਇਕਬਾਲ ਸਿੰਘ ਝੁੰਦਾ ਕਮੇਟੀ ਬਣੀ, ਉਹਦੀ ਰਿਪੋਰਟ ਉਹਨੂੰ ਪੁੱਛੋ ਵੀ ਰਿਪੋਰਟ ਜਿਹੜੀ ਤੁਹਾਡੀ ਆ ਉਹ ਲੋਕਾਂ 'ਚ ਨਸ਼ਰ ਕਰਕੇ ਦਿਖਾਓ ਜੀ, ਉਹ ਰਿਪੋਰਟ 'ਚ ਕੀ ਲਿਖਿਆ। ਫਿਰ ਅਗਲੇ ਦਿਨ ਪ੍ਰੈਸ ਕਾਨਫਰੰਸ 'ਚ ਉਹਦੇ ਉਲਟ ਕਹਿੰਦੇ ਨੇ ਉਹ। ਉਸ ਬੰਦੇ 'ਤੇ ਕੀ ਵਿਸ਼ਵਾਸ ਕਰੋਗੇ ਜਿਹੜਾ ਲਿਖਤੀ ਰੂਪ 'ਚ ਜਦ ਤਾਂ ਲੋਕਾਂ 'ਚ ਜਾਂਦਾ ਹੈ ਉਦੋਂ ਉਹਨਾਂ ਨੂੰ ਕਹਿੰਦਾ ਜੀ ਜੋ ਤੁਸੀਂ ਗੱਲ ਕਹੋਗੇ ਅਸੀਂ ਪਹੁੰਚਾਵਾਂਗੇ, ਗੱਲ ਲਿਖ ਕੇ ਪਹੁੰਚਾ ਵੀ ਦਿੱਤੀ, ਅਤੇ ਫਿਰ ਪ੍ਰੈਸ ਦੇ ਵਿੱਚ ਆ ਕੇ ਬਿਲਕੁਲ ਉਹਦੇ ਉਲਟ ਗੱਲ ਕਰਦੇ ਆ। ਸੋ ਇਹ ਗੱਲਾਂ ਜਿਹੜਾ ਹੈ ਬੰਦੇ ਦਾ ਕਿਰਦਾਰ ਸਾਰਾ ਕੁਝ ਇਹ ਗੱਲਾਂ ਸਾਹਮਣੇ ਆ ਜਾਂਦਾ ਹੈਗਾ। ਮੈਂ ਹੋਰ ਇਸ ਤੋਂ ਬਾਅਦ ਕੀ ਕਹਿ ਸਕਦਾ ਹੈਗਾ। ਬਾਕੀ ਲੋਕ ਜਾਣਦੇ ਆ, ਲੋਕਾਂ ਨੂੰ ਪਤਾ ਹੈ ਵੀ ਕਿਹੜਾ ਕਿਵੇਂ ਹੈ। ਤਾਂ ਲੱਗਦਾ ਕਿ ਸਕੀਮ ਘੜੀ ਗਈ ਜਾਂ ਕਹਿੰਦੇ ਹੁੰਦੇ ਸਿਆਣੇ ਕਿ ਡਿੱਗਾ ਖੋਤੀ ਤੋਂ ਤੇ ਗੁੱਸਾ ਘੁਮਿਆਰ ਤੇ। ਉਹਨਾਂ ਨੂੰ ਅਸਲ 'ਚ ਉਹਨਾਂ ਨੂੰ ਕੁਛ ਦਿਖ ਨਹੀਂ ਰਿਹਾ, ਅੱਗੇ ਕੋਈ ਚਾਨਣ ਨਹੀਂ ਦਿਖ ਰਿਹਾ, ਉਹਨਾਂ 'ਚ ਫਰਸਟ੍ਰੇਸ਼ਨ ਹੈ। ਇਹ ਫਰਸਟ੍ਰੇਸ਼ਨ ਦਾ ਜਿਹੜਾ ਨਤੀਜਾ ਵੀ ਉਹ ਹੁਣ ਦੂਜਿਆਂ 'ਤੇ ਇਲਜ਼ਾਮ ਆਰੋਪ ਲਾ ਕੇ ਆਪਦਾ ਛੁਟਕਾਰਾ ਉਹ ਕਰਨਾ ਚਾਹੁੰਦੇ ਨੇ। ਹੁਣ ਚੋਣਾਂ ਹੋਈਆਂ ਨੇ, ਤੁਸੀਂ ਦੇਖੋ ਕੀ ਰਿਜ਼ਲਟ ਆਇਆ। ਆਪ ਉਹ ਤੀਜੇ ਨੰਬਰ 'ਤੇ ਆਏ ਨੇ ਜੀ, ਤੀਜੇ ਨੰਬਰ 'ਤੇ ਆਏ ਉੱਥੋਂ। ਅਤੇ ਉੱਥੇ ਹੁਣ ਤਾਂ ਜਿਹੜਾ ਢੀਂਡਸਾ ਸਾਹਿਬ ਉੱਥੇ ਨਹੀਂ ਸੀਗੇ, ਹੁਣ ਤੁਹਾਨੂੰ ਕਿਹਨੇ ਹਰਾਤਾ। ਬਾਕੀ ਸੀਟਾਂ 'ਤੇ ਜ਼ਮਾਨਤ ਜ਼ਬਤ ਕਿਵੇਂ ਹੋ ਗਈ ਤੁਹਾਡੀ MLA ਇਲੈਕਸ਼ਨਾਂ 'ਚ, ਅਤੇ MP ਇਲੈਕਸ਼ਨ 'ਚ 5ਵੇਂ ਨੰਬਰ 'ਤੇ ਕਿਵੇਂ ਆਏ ਤੁਸੀਂ। ਇਹਦਾ ਜਵਾਬ ਦੱਸੋ। ਇਹ ਅਸਲ 'ਚ ਕੀ ਹੈ ਕਿ ਇਹ ਜਿਹੜੀ ਅਸਲ ਅਕਾਲੀ ਦਲ ਦੀ ਜੋ ਪਤਨ ਦਾ ਕਾਰਨ ਹੈ ਪਤਾ ਸਾਰਿਆਂ ਨੂੰ ਹੈ, ਪਰ ਇਹਨਾਂ 'ਚ ਕਿਸੇ 'ਚ ਹੌਸਲਾ ਨਹੀਂ ਵੀ ਉਹ ਗੱਲ ਪਬਲਿਕਲੀ ਕਰ ਸਕਣ। ਅਤੇ ਫਿਰ ਲੋਕਾਂ ਨੂੰ ਊਲ ਫਜ਼ੂਲ ਜਿਹੜੇ ਨੇ ਕਾਰਨ ਜਾਂ ਬਹਾਨੇ ਬਣਾ ਕੇ ਇਹ ਆਪਦੀ ਜਿਹੜੀ ਹੈ ਉਹ ਗੱਲ ਨੂੰ ਉਹ ਕਰਨਾ ਚਾਹੁੰਦੇ ਨੇ, ਅਤੇ ਨਾਲੇ ਤਾਂ ਗੱਲ ਵੀ ਕਰਨਾ ਚਾਹੁੰਦੇ, ਡਰਦੇ ਵੀ ਹੈ। ਤੁਹਾਨੂੰ ਲੱਗਦਾ ਕਿ ਇਕਬਾਲ ਸਿੰਘ ਝੁੰਦਾ ਜਾਂ ਬਾਕੀ ਅਗਰ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕੀਤਾ ਕਿ ਢੀਂਡਸਾ ਪਰਿਵਾਰ ਨੂੰ ਬਦਨਾਮ ਕਰਕੇ ਅਕਾਲੀ ਦਲ ਦਾ ਸਰਵਾਈਵਲ ਹੋ ਜਾਏਗਾ ਜੀ? ਦੇਖੋ ਕੋਈ ਕਿਸੇ ਕਰਕੇ ਨਹੀਂ ਹੋਣਾ ਸਰਵਾਈਵਲ। ਤਾਂ ਜਦ ਤੱਕ ਪਾਰਟੀ ਨੂੰ ਤੁਸੀਂ ਲੋਕਾਂ ਦੀ ਭਾਵਨਾ ਅਨੁਸਾਰ ਨਹੀਂ ਚਲਾਓਗੇ ਉਹਨਾਂ ਚਿਰ ਕਿਸੇ ਪਾਰਟੀ ਦਾ ਕੋਈ ਵਜੂਦ ਨਹੀਂ ਬਣ ਸਕਦਾ। ਅਤੇ ਇਹਨਾਂ ਨੂੰ ਸਭ ਨੂੰ ਪਤਾ ਹੈ ਵੀ ਮੇਜਰ ਕੀ ਕਾਰਨ ਹੈ। ਲੋਕ ਚਾਹੁੰਦੇ ਲੀਡਰਸ਼ਿਪ ਦੇ ਵਿੱਚ ਬਦਲਾਅ, ਲੋਕ ਚਾਹੁੰਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪਾਸੇ ਹੋਣ, ਅਤੇ ਕੋਈ ਜਿਹੜਾ ਸਿਆਣਾ ਸਮਝਦਾਰ ਕੋਈ ਲੀਡਰ, ਕੋਈ ਪੰਥਕ ਜਿਹੜਾ ਸੋਚ ਰੱਖਣ ਵਾਲਾ, ਕੋਈ ਪੰਥਕ ਪਿਛੋਕੜ ਵਾਲਾ ਉਹ ਬੰਦੇ ਨੂੰ ਜਿਹੜਾ ਮੂਹਰੇ ਲੱਗੇ ਪਾਰਟੀ ਦੇ ਵਿੱਚ, ਅਤੇ ਪਾਰਟੀ ਆਪਣੇ ਆਪ ਰਿਵਾਈਵ ਹੋ ਜਾਏਗੀ। ਇਹ ਹੁਣ ਕਿਸੇ ਨੂੰ ਦੋਸ਼ ਦੇ ਕੇ ਤਾਂ ਪਾਰਟੀ ਰਿਵਾਈਵ ਹੋਣੀ ਨਹੀਂ ਹੈਗੀ। ਇਹ ਇਕਬਾਲ ਸਿੰਘ ਝੁੰਦਾ ਬੋਲੇਗਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਪ੍ਰਤੀ? ਇਹ ਦੇਖੋ ਦੋਨੇ ਹੀ ਆ। ਉਹਨਾਂ ਨੇ ਪਹਿਲਾਂ ਇਕਬਾਲ ਸਿੰਘ ਝੁੰਦਾ ਨੇ ਪਾਰਟੀ ਦੇ ਵਿੱਚ ਕੁਛ ਲੋਕਲ ਲੀਡਰਾਂ 'ਤੇ ਵੀ ਆਪਦੀ ਨਾਰਾਜ਼ਗੀ ਇਹਨਾਂ ਦੀ ਖਿੱਚੋਤਾਣ ਚੱਲਦੀ ਰਹਿੰਦੀ ਹੈ। ਸਾਨੂੰ ਵੀ ਪਤਾ ਹੈ ਵੀ ਕਿਹੜੇ ਬੰਦੇ 'ਤੇ ਪਹਿਲਾਂ ਇਸ਼ਾਰਾ ਕੀਤਾ ਉਹਨਾਂ ਨੇ ਜੀ, ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੀ, ਜਿਹੜੇ ਸਿੱਧੇ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ, ਅਤੇ ਜਿਹੜੇ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ 'ਤੇ ਇਹਨਾਂ ਨੇ ਇਸ਼ਾਰਾ ਕੀਤਾ ਸੀ। ਅਤੇ ਫਿਰ ਜਦ ਸੁਖਬੀਰ ਸਿੰਘ ਬਾਦਲ ਨੇ ਖਿੱਚਿਆ ਤਾਂ ਫਿਰ ਇਹਨਾਂ ਨੇ ਉਹ ਗੱਲ ਨੂੰ ਮੋੜ ਕੇ ਸਾਡੇ 'ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦਾ ਜਿਹੜੇ ਲੋਕਲ ਬੰਦਿਆਂ ਨੂੰ ਸਭ ਨੂੰ ਪਤਾ ਹੈਗਾ ਵੀ ਪਹਿਲਾਂ ਉਹਨਾਂ ਦਾ ਇਸ਼ਾਰਾ ਕਿਹਦੇ 'ਤੇ ਕੀਤਾ। ਤੁਸੀਂ ਸ਼੍ਰੋਮਣੀ ਅਕਾਲੀ ਦਲ 'ਤੇ ਛੱਡ ਹੀ ਦਿੱਤਾ ਗਿਆ, ਤੁਹਾਨੂੰ ਲੱਗਦਾ ਹੈਗਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ 'ਚ ਬਹੁਤ ਲੰਮਾ ਸਮਾਂ ਬਤਾਇਆ ਵੀ ਹੈ, ਕੰਮ ਵੀ ਕੀਤਾ ਹੈਗਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਹਟਾ ਦਿੰਦਾ ਹੈਗਾ ਅਤੇ ਅਕਾਲੀ ਦਲ ਮੁੜ ਸੁਰਜੀਤ ਹੋ ਜਾਏਗਾ ਜੀ? ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ 'ਚ ਐਸੇ ਕੋਈ ਬੰਦੇ ਅਗਵਾਈ ਕਰਨ ਜਿਹੜੇ ਪੰਥਕ ਪਿਛੋਕੜ ਵਾਲੇ, ਪੰਥਕ ਵਿਚਾਰਧਾਰਾ ਵਾਲੇ ਅਤੇ ਇੱਕ ਚੰਗੀ ਸੋਚ ਰੱਖਦੇ ਹੋਣ, ਜਿਨ੍ਹਾਂ 'ਤੇ ਲੋਕਾਂ ਨੂੰ ਵਿਸ਼ਵਾਸ ਹੋਵੇ ਅਕਾਲੀ ਦਲ ਖੜ੍ਹਾ ਹੋ ਸਕਦਾ। ਪਰ ਮੌਜੂਦਾ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਨਹੀਂ ਖੜ੍ਹਾ ਹੋ ਸਕਦਾ। ਦੂਜੀ ਗੱਲ, ਜਿਹੜਾ ਅਸੀਂ ਅਕਾਲੀ ਦਲ ਨਹੀਂ ਛੱਡਿਆ, ਅਸੀਂ ਅੱਜ ਵੀ ਅਕਾਲੀ ਹਾਂ। ਅਸੀਂ ਬਣਾਈ ਵੀ ਅਕਾਲੀ ਦਲ ਹੀ ਹੈ। ਸਾਡੀ ਵਿਚਾਰਧਾਰਾ ਸੋਚ ਵੀ ਅਸੀਂ ਅਕਾਲੀ ਦਲ ਦੀ ਲੈ ਕੇ ਚੱਲੇ ਹਾਂ। ਪਹਿਲਾਂ ਤਾਂ ਅਕਾਲੀ ਦਲ 'ਚੋਂ ਸਾਨੂੰ ਬਿਨਾਂ ਕਾਰਨ ਦੱਸੇ ਨੋਟਿਸ ਸਾਨੂੰ ਕੱਢਿਆ ਗਿਆ, ਮੈਨੂੰ ਅਤੇ ਢੀਂਡਸਾ ਸਾਹਿਬ ਨੂੰ ਪਾਰਟੀ 'ਚੋਂ ਕੱਢਿਆ ਗਿਆ। ਅਸੀਂ ਨਹੀਂ ਕੋਈ ਪਾਰਟੀ ਛੱਡੀ ਸੀ। ਅਤੇ ਇਹ ਤਾਂ ਹੁਣ ਜੋ ਮਰਜ਼ੀ ਦੇਖੋ, ਇਹ ਤਾਂ ਆਪ ਉਦਰੀਆਂ ਨੇ, ਜਿਹਨੂੰ ਮਰਜ਼ੀ ਪਾਰਟੀ 'ਚੋਂ ਕੱਢ ਦਿੰਦੇ, ਜਿਹਨੂੰ ਮਰਜ਼ੀ ਰੱਖ ਲੈਣ। ਜੀ ਤਾਂ ਹੁਣ ਵੀ ਇਹਨਾਂ ਦਾ ਕਰਦਾ ਸੀ ਵੀ ਕੁਛ ਲੀਡਰਾਂ ਨੂੰ ਕੱਢ ਦਈਏ ਪਾਰਟੀ 'ਚੋਂ, ਪਰ ਉਹਨਾਂ ਨੇ ਦੇਖ ਲਿਆ ਵੀ ਜਿਹੜਾ ਸਾਡੇ ਮਾੜੇ ਮੋਟੇ 4 ਦਾਣੇ ਪੱਲੇ ਨੇ ਉਹ ਵੀ ਨਹੀਂ ਰਹਿਣੇ ਜੇ ਅਸੀਂ ਕੱਢਤੇ। ਅਸੀਂ ਤਾਂ ਜਿਨ੍ਹਾਂ ਨੇ ਕਹੇ ਉਹੀ ਗੱਲ ਢੀਂਡਸਾ ਸਾਹਿਬ ਨੇ ਕੀਤੀ ਸੀ ਜੀ, ਉਦੋਂ ਸਾਨੂੰ ਪਾਰਟੀ 'ਚੋਂ ਕੱਢਿਆ ਇਹਨਾਂ ਨੇ। ਅਤੇ ਅੱਜ ਹੁਣ ਹਿੰਮਤ ਹੈ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ।
ਤੁਸੀਂ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਹਟਾ ਦਿੰਦੇ ਕਿ ਜਿਹੜੇ ਪੰਥਕ ਸੋਚ ਵਾਲੇ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ, ਉਹ ਤਾਂ ਕਹਿੰਦੇ ਕਿ ਅਗਲੇ 10 ਸਾਲ ਤੱਕ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ ਤੇ ਜਿਹੜਾ ਹਟਾਉਣ ਦੀ ਸੋਚ ਰਹੇ ਨੇ ਉਹ ਭੁੱਲ ਜਾਣ। ਫਿਰ ਚੱਲੀ ਜਾਂਦਾ ਜਿਵੇਂ ਹਾਲ ਤੁਸੀਂ ਦੇਖ ਲਿਆ, ਚੱਲੀ ਜਾ। ਸਾਡਾ ਕੋਈ ਸਰੋਕਾਰ ਨਹੀਂ ਉਹਨਾਂ ਦੇ ਨਾਲ, ਉਹਨਾਂ ਦੀ ਪਾਰਟੀ ਨਾਲ। ਜਿਵੇਂ ਉਹਨਾਂ ਨੇ ਜੋ ਫੈਸਲੇ ਜੋ ਕਰਨੇ ਕਰਨ ਉਹ। ਮੈਂ ਤਾਂ ਇੱਕ ਲੋਕਾਂ ਦੀ ਭਾਵਨਾ ਦੱਸੀ ਹੈ ਤੇ ਅਸੀਂ ਕੋਈ ਕਦੇ ਸਾਨੂੰ ਕੋਈ ਪ੍ਰਧਾਨਗੀ ਦਾ ਸਾਨੂੰ ਲਾਲਚ ਨਹੀਂ, ਸਾਨੂੰ ਕਿਸੇ ਚੀਜ਼ ਦਾ ਨਹੀਂ। ਅਸੀਂ ਤਾਂ ਚਾਹੁੰਦੇ ਹਾਂ ਵੀ ਜਿਹੜਾ ਹੈ ਅਸਲ ਅਕਾਲੀ ਦਲ ਦੁਆਰੇ ਉਹ ਜਿਹੜਾ ਦੁਆਰੇ ਖੜਾ ਹੋਵੇ, ਕਿਉਂਕਿ ਪੰਜਾਬ ਨੂੰ ਜਿਹੜਾ ਅਕਾਲੀ ਦਲ ਦੀ ਹਮੇਸ਼ਾ ਲੋੜ ਹੈ, ਇੱਕ ਪੰਥਕ ਪਾਰਟੀ ਦੀ, ਇੱਕ ਉਸ ਵਿਚਾਰਧਾਰਾ ਦੀ ਹਮੇਸ਼ਾ ਲੋੜ ਹੈ। ਪਰ ਜੇ ਹੁਣ ਉਹਨੂੰ ਖਤਮ ਕਰਨ 'ਤੇ ਤੁਰੇ ਹੋਏ ਨੇ ਤਾਂ ਫਿਰ ਤਾਂ ਜਿਹੜਾ ਹੈ ਕੋਈ ਉਹਨੂੰ ਕੁਛ ਕਰ ਨਹੀਂ ਸਕਦਾ। ਸਭ ਸਿਆਸਤ 'ਚ ਸੰਭਾਵਨਾਵਾਂ ਬਣੀਆਂ ਰਹਿੰਦੀਆਂ, ਜੇ ਇਹਦੀ ਕੋਈ ਵੈਲਿਊ ਨਹੀਂ ਹੁੰਦੀ। ਪਰ ਜੇ ਸੁਖਬੀਰ ਸਿੰਘ ਬਾਦਲ ਹਟਦੇ ਫਿਰ ਢੀਂਡਸਾ ਪਰਿਵਾਰ ਦੁਬਾਰਾ ਅਕਾਲੀ ਦਲ 'ਚ ਜਾ ਸਕਦਾ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਕਿਹਾ ਜਾਂਦਾ ਅੱਜ ਦੀ ਤਰੀਕ 'ਚ। ਬਿਲਕੁਲ। ਦੇਖੋ, ਢੀਂਡਸਾ ਸਾਹਿਬ ਨੇ ਪਹਿਲਾਂ ਮੈਂ ਵੀ ਇਹ ਗੱਲ ਨੂੰ ਕਈ ਵਾਰ ਕਹਿ ਚੁੱਕਿਆ ਵੀ ਸਾਨੂੰ ਸਾਡੀ ਕੋਈ ਸ਼ਰਤ ਨਹੀਂ, ਅਸੀਂ ਕੋਈ ਅਹੁਦੇ ਦੀ ਸਾਡੀ ਡਿਮਾਂਡ ਨਹੀਂ। ਅਸੀਂ ਤਾਂ ਜਿਹੜਾ ਪਿੱਛੇ ਲੱਗ ਕੇ ਵੀ ਕੰਮ ਕਰਨ ਨੂੰ ਤਿਆਰ ਹੈ ਵੀ ਅਕਾਲੀ ਦਲ ਦੇ ਵਿੱਚ ਲੋਕਾਂ ਦੀ ਭਾਵਨਾ ਅਨੁਸਾਰ ਚੇਂਜਸ ਆਉਣ, ਜਿਹੜੀ ਹੈ ਸਹੀ ਲੀਡਰਸ਼ਿਪ ਦੇ ਹੱਥ ਵਿੱਚ ਜਿਹੜੀ ਅਕਾਲੀ ਦਲ ਆਵੇ। ਤੇ ਅਸੀਂ ਤਾਂ ਪਾਰਟੀ ਵਾਸਤੇ ਜਿਹੜਾ ਹੈ ਪਿੱਛੇ ਰਹਿ ਕੇ ਜਿਵੇਂ ਵੀ ਜੋ ਵੀ ਛੋਟੀ ਤੋਂ ਛੋਟੀ ਡਿਊਟੀ ਲਾਏ ਉਹ ਵੀ ਕਰਨ ਨੂੰ ਤਿਆਰ ਹਾਂ, ਕਿਉਂਕਿ ਸਾਡੀ ਇੱਕ ਮਨ ਦੀ ਇੱਛਾ ਹੈ ਵੀ ਪਾਰਟੀ ਜਿਹੜੀ ਹੈ ਅਕਾਲੀ ਦਲ, ਜਿਹੜਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਨਾਲ ਬਹੁਤ ਵੱਡੀ ਸੰਘਰਸ਼ 'ਚੋਂ ਇਹ ਪਾਰਟੀ ਨਿਕਲੀ ਹੈ। ਇਹ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਿਹੜੀ ਹੈ ਪਾਰਟੀ ਦਾ ਖਾਤਮਾ ਨਹੀਂ ਹੋਣਾ ਚਾਹੀਦਾ। ਇਹ ਸਾਡੀ ਦਿਲੀ ਭਾਵਨਾ ਹੈ। ਪਰ ਤੁਹਾਨੂੰ ਲੱਗਦਾ ਕਿ ਐਡਾ ਵੱਡਾ, ਕਿਉਂਕਿ ਜੋ ਪਹਿਲਾਂ ਡੈਮੋਕ੍ਰੈਟਿਕ ਬਣਾਇਆ ਸੀ, ਫਿਰ ਸੰਯੁਕਤ ਬਣਾ ਤਾ, ਪਹਿਲਾਂ ਸੇਖਵਾਂ ਸਾਹਿਬ ਪਰਿਵਾਰ ਆ ਗਿਆ ਚਲੇ ਗਏ, ਫਿਰ ਦੂਜੇ ਅਜਨਾਲਾ ਪਰਿਵਾਰ ਆ ਗਿਆ ਚਲਾ ਗਿਆ, ਬ੍ਰਹਮਪੁਰਾ ਪਰਿਵਾਰ ਆ ਗਿਆ ਚਲ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਕਿਹੜਾ ਰਹਿ ਗਿਆ ਹੈਗਾ ਜੀ? ਸੁਖਬੀਰ ਸਿੰਘ ਬਾਦਲ ਅਕਾਲੀ ਦਲ ਆ, ਉਹ ਕਹਿ ਰਹੇ ਕਿ ਲੋਕਾਂ ਤੋਂ ਮਨਫੀ ਹੋ ਚੁੱਕਾ ਹੈਗਾ। ਇਹਨਾਂ ਹਾਲਾਤਾਂ ਤੁਸੀਂ ਕਹਿ ਰਹੇ ਕਿ ਅਕਾਲੀ ਦਲ ਦਾ ਰਹਿਣਾ ਬੜਾ ਜ਼ਰੂਰੀ ਹੈਗਾ ਪੰਜਾਬ ਦੇ ਹਿੱਤਾਂ ਨੂੰ ਲੈ ਕੇ, ਪਰ ਪੱਲੇ ਕਿਸੇ ਦੇ ਵੀ ਨਹੀਂ ਕੁਛ ਰਹਿ ਗਿਆ ਹੁਣ ਤੱਕ। ਨਹੀਂ, ਉਹ ਤਾਂ ਮੈਂ ਤੁਹਾਡੇ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਬਹੁਤ ਵੱਡਾ ਨੁਕਸਾਨ ਹੋਇਆ। ਜਿਹੜੇ ਤੁਸੀਂ ਗੱਲ ਬ੍ਰਹਮਪੁਰਾ ਸਾਹਿਬ ਦੀ ਕੀਤੀ, ਅਜਨਾਲਾ ਸਾਹਿਬ ਦੀ ਕੀਤੀ, ਉਹ ਕਰ ਸਕਦੇ। ਅਸੀਂ ਤਾਂ ਅੱਜ ਵੀ ਆਪਦੇ ਸਟੈਂਡ 'ਤੇ ਖੜ੍ਹੇ ਹਾਂ। ਅਸੀਂ ਕੋਈ ਸੱਤਾ ਦੀ ਪ੍ਰਾਪਤੀ ਵਾਸਤੇ ਅੱਡ ਨਹੀਂ ਸੀ ਹੋਏ। ਸਾਨੂੰ ਵੀ ਪਤਾ ਸੀਗਾ ਵੀ ਪਾਰਟੀ 'ਚੋਂ ਅੱਡ ਹੋਣ ਨਾਲ ਬੜਾ ਔਖਾ ਹੁੰਦਾ ਸਰਵਾਈਵ ਕਰਨਾ, ਪਰ ਅਸੀਂ ਇੱਕ ਸੋਚ ਲੈ ਕੇ ਚੱਲੇ ਹਾਂ। ਅਸੀਂ ਕੋਈ ਜਿਹੜਾ ਇਸ ਕਰਕੇ ਨਹੀਂ ਵੀ ਸਾਡੀ ਜੀ ਸੱਤਾ ਆਊਗੀ ਨਹੀਂ ਆਊਗੀ। ਸਾਨੂੰ ਜਿਹੜਾ ਹੈ ਪਿੱਛੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਨੂੰ ਆਫਰ ਦਿੱਤੀ ਸੀ, ਪਰ ਉਹਨਾਂ ਦੀ ਇੱਕੋ ਹੀ ਸ਼ਰਤ ਸੀ ਵੀ ਸਾਡੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜੋ। ਅਸੀਂ ਜਵਾਬ ਦਿੱਤਾ, ਜੇ ਸਾਨੂੰ ਸੱਤਾ ਦੀ ਐਡੀ ਵੱਡੀ ਲਾਲਸਾ ਹੁੰਦੀ ਅਸੀਂ ਉਹਨਾਂ ਨਾਲ ਨਾ ਚਲੇ ਜਾਂਦੇ। ਅਸੀਂ ਤਾਂ ਇੱਕੋ ਹੀ ਕਿਹਾ ਸੀ ਵੀ ਅਸੀਂ ਅਕਾਲੀ ਹਾਂ, ਅਸੀਂ ਅਕਾਲੀ ਦਲ ਦੀ ਇੱਕ ਉਸ ਸੋਚ ਨੂੰ ਛੱਡ ਨਹੀਂ ਸਕਦੇ, ਜਿਸ ਕਰਕੇ ਇਹ ਸਾਰਾ ਹੈ। ਅਸੀਂ ਅੱਜ ਵੀ ਜਿਸ ਮੁੱਦਿਆਂ ਨੂੰ ਲੈ ਕੇ ਖੜ੍ਹੇ ਸੀ, ਅੱਜ ਵੀ ਉਸੇ 'ਤੇ ਅਸੀਂ ਕਰ ਰਹੇ ਹਾਂ। ਢੀਂਡਸਾ ਸਾਹਿਬ ਨੇ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਕੁਝ ਸਮੇਂ ਲਈ ਸੁਖਬੀਰ ਜੀ ਪਾਸੇ ਹੋ ਕੇ ਕਿਸੇ ਨੂੰ ਵੀ ਸਾਂਭ ਦਿਓ। ਉਹਨਾਂ ਨੇ ਤਾਂ ਕਿਹਾ ਸੀ ਮੈਂ ਤਾਂ ਹੁਣ ਮੇਰੀ ਏਜ ਹੀ ਨਹੀਂ ਸਿਆਸਤ ਲਾਉ ਕਰਦੀ, ਵੀ ਮੇਰਾ ਤਾਂ ਕੋਈ ਨਾ ਹੀ ਇੱਛਾ ਹੈਗੀ ਪ੍ਰਧਾਨਗੀ ਦੀ, ਕਿਸੇ ਨੂੰ ਬਾਲ ਸਾਹਿਬ ਕਰ ਦਿਓ। ਉਸ ਤੋਂ ਬਾਅਦ 'ਚ ਜੇ ਪਾਰਟੀ ਜਿਹੜਾ ਹੈ ਦੁਬਾਰੇ ਰਿਵਾਈਵ ਹੁੰਦੀ ਹੈ ਪਾਰਟੀ 'ਚ, ਉਸ ਤੋਂ ਬਾਅਦ ਜਿਵੇਂ ਮਰਜ਼ੀ ਕਰ ਲੇ ਪਾਰਟੀ ਦੁਬਾਰੇ ਫੈਸਲਾ ਕਰ ਸਕਦੀ ਹੈ ਉਹਨੂੰ ਲਿਆਉਣ ਲਈ। ਪਰ ਘੱਟੋ ਘੱਟ ਤੁਸੀਂ ਲੋਕਾਂ ਦੀ ਜਿਹੜੀ ਹੈ ਜ਼ਮੀਨੀ ਪੱਧਰ 'ਤੇ ਭਾਵਨਾ ਦੀ ਤਾਂ ਜਿਹੜੀ ਹੈ ਕਦਰ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਲੀਡਰ ਕਹਿ ਰਹੇ ਨੇ ਕਿ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਲਾ ਕੇ ਜਿਹੜੀਆਂ ਅਕਾਲੀ ਦਲ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਅੱਗੇ ਲਾ ਕੇ ਤੋੜਨ ਦੇ ਯਤਨ ਕੀਤੇ ਨੇ। ਹੁਣ ਹੋਰ ਜਿਹੜੇ ਲੋਕਾਂ ਨੂੰ ਖੜਾ ਕੀਤਾ ਜਾ ਰਿਹਾ ਕਿ ਅਕਾਲੀ ਦਲ ਟੁੱਟ ਜੇ। ਫਿਰ ਕੋਈ ਕਿਸੇ ਨੂੰ ਨਹੀਂ ਤੋੜ ਸਕਦਾ ਹੁੰਦਾ। ਜਿਹੜੀਆਂ ਸਿਆਸਤ ਹੈ ਉਹ ਤਾਂ ਲੋਕਾਂ ਦੇ ਨਾਲ ਚੱਲਦੀ ਹੈ। ਜਦ ਲੋਕ ਹੀ ਨਹੀਂ ਨਾਲ ਤਾਂ ਫਿਰ ਕੋਈ ਭਾਵੇਂ ਸਾਰੀ ਤੁਸੀਂ ਇਕੱਠੀ ਰਹਿ ਜਾਓ, ਉਹਦਾ ਕੋਈ ਮੈਂ ਨਹੀਂ ਲੱਗਦਾ। ਅਤੇ ਜੇ ਲੋਕ ਨਾਲ ਨੇ ਫਿਰ ਬੰਦਾ ਇਕੱਲਾ ਖੜਾ ਰਹਿ ਜੇ, ਉਹਨੂੰ ਵੀ ਕੋਈ ਹਰਾ ਨਹੀਂ ਸਕਦਾ। ਸੋ ਇਸ ਲਈ ਇਹ ਕੋਈ ਕਹਿੰਦੇ ਵੀ ਤੋੜਦਾ ਜਾਂ ਤੋੜਨ ਨਾਲ ਕੁਛ ਹੋਏਗਾ, ਕੁਛ ਨਹੀਂ। ਅਸੀਂ ਢੀਂਡਸਾ ਜਾਂ ਮੈਂ ਕਹਾਂ ਅਸੀਂ ਕੋਈ ਅਕਾਲੀ ਦਲ ਨੂੰ ਹਰਾਤਾ, ਅਸੀਂ ਨਹੀਂ ਹਰਾਇਆ, ਲੋਕਾਂ ਨੇ ਹਰਾਇਆ। ਜੇ ਢੀਂਡਸਾ ਪਰਮਿੰਦਰ ਸਿੰਘ ਸੁਖਦੇਵ ਸਿੰਘ ਢੀਂਡਸਾ ਕੋਈ ਮਾਇਨੇ ਨਹੀਂ ਰੱਖਦੇ, ਪਾਰਟੀ ਮਾਇਨੇ ਰੱਖਦੀ ਹੈ, ਸੋਚ ਮਾਇਨੇ ਰੱਖਦੀ ਹੈ। ਜੇ ਕਿਤੇ ਪਾਰਟੀ ਆਪਦੇ ਸਿਧਾਂਤਾਂ 'ਤੇ ਖੜੀ ਰਹਿੰਦੀ, ਪੰਜਾਬ ਪਰਮਿੰਦਰ ਸਿੰਘ ਢੀਂਡਸੇ ਵਰਗੇ 50 ਚਲੇ ਜਾਣ, ਕੋਈ ਫਰਕ ਨਹੀਂ ਪੈਂਦਾ, ਉਹਦੀਆਂ 100 ਰਿਪਲੇਸਮੈਂਟਸ ਆ ਜਾਂਦੀਆਂ ਨੇ ਪਾਰਟੀ ਦੇ ਵਿੱਚ। ਪਰ ਗੱਲ ਇਹ ਵੀ ਜਦ ਲੋਕ ਤੁਸੀਂ ਆਪਦੀ ਜਿਹੜੀ ਬੁਨਿਆਦੀ ਜਿਹੜੇ ਸਿਧਾਂਤ ਨੇ ਜਾਂ ਤੁਸੀਂ ਉਹ ਛੱਡ ਦੋਗੇ, ਜਾਂ ਲੋਕਾਂ ਦੇ ਵਿੱਚੋਂ ਭਰੋਸਾ ਗਵਾ ਦੋਗੇ,
ਫਿਰ ਤੁਸੀਂ ਮੈਂ ਪਾਰਟੀ 'ਚ ਜੇ ਹੁੰਦਾ ਵੀ ਮੈਂ ਕੀ ਕਰ ਲੈਂਦਾ। ਹਾਲ ਤਾਂ ਫਿਰ ਵੀ ਉਹੀ ਹੋਣਾ ਸੀ। ਢੀਂਡ ਸਾਹਿਬ ਜੀ ਹੁੰਦੇ ਪਾਰਟੀ 'ਚ, ਅਸੀਂ ਕੋਈ ਪਾਰਟੀ ਨੂੰ ਬਚਾ ਥੋੜ੍ਹਾ ਸਕਦੇ, ਹਾਲ ਤਾਂ ਉਹੀ ਹੋਣੇ ਸੀਗੇ। ਉਹ ਕਹਿੰਦੇ ਕਿ ਆਨੰਦ ਮਾਨਿਆ 10 ਸਾਲ ਢੀਂਡਸਾ ਪਰਿਵਾਰ ਨੇ, ਆਪ ਰਾਜ ਸਭਾ ਚਲੇ ਗਏ, ਪਰਮਿੰਦਰ ਹੋਣੀ ਮਿਨਿਸਟਰ ਬਣ ਕੇ ਹੈਗੇ, 17 ਅਕਾਲੀ ਦਲ ਹਾਰ ਜਾਂਦਾ ਹੈਗਾ, 18-19 'ਚ ਇਹਨਾਂ ਨੂੰ ਚੇਤਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਹਟਾਓ, ਜਦੋਂ 12 'ਚ ਰਿਪੀਟ ਕਹਿੰਦੇ ਸੀ ਸੁਖਬੀਰ ਵਰਗਾ ਯੋਧਾ ਨਹੀਂ ਹੈ। ਦੇਖੋ ਜੇ ਗੱਲ ਇਹ ਸੁਣੋ, ਜਿਹੜਾ ਕੋਈ ਪਾਰਟੀ ਜਦ ਕਿਸੇ ਨੂੰ ਕੋਈ ਪਾਰਟੀ ਨੂੰ ਖੜਾ ਕਰ ਜੇ ਜਾਂ ਕੋਈ ਉਦੋਂ ਰਿਪੀਟ ਹੋਈ ਤਾਂ ਕ੍ਰੈਡਿਟ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਦਿੱਤਾ ਹੈ ਨਾ। ਅਸੀਂ ਕਿਹਾ ਸਾਰਿਆਂ ਨੇ ਵੀ ਸੁਖਬੀਰ ਸਿੰਘ ਬਾਦਲ ਨੇ ਜਿਤਾਇਆ, ਤੇ ਫਿਰ ਜੇ ਦੂਜੀ ਵਾਰ ਜੇ ਅਸੀਂ ਇਹ ਕਹਿਤਾ ਹਾਰਨ ਤੇ ਵੀ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਕਰਕੇ ਪਾਰਟੀ ਹਾਰ ਗਈ, ਤਾਂ ਉਸਦਾ ਮਤਲਬ ਜੇ ਤੁਸੀਂ ਜਿੱਤੇ ਹੋ ਫਿਰ ਤੁਹਾਡੇ ਕਰਕੇ, ਜੇ ਹਾਰ ਹੈ ਤਾਂ ਬਾਕੀਆਂ ਕਰਕੇ। ਇਹ ਤਾਂ ਨਹੀਂ ਹੋ ਸਕਦਾ। ਜਿੱਤਦੇ ਤੁਸੀਂ ਹੱਕਦਾਰ ਹੋ ਤਾਂ ਹਾਰ ਵਾਸਤੇ ਵੀ ਜ਼ਿੰਮੇਵਾਰੀ ਤੁਹਾਡੀ ਨਹੀਂ ਹੈਗੀ। ਜੇ ਜਿੱਤ ਦੀ ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਇੱਕ ਵਾਰ ਹਾਰ ਦੀ ਜ਼ਿੰਮੇਵਾਰੀ ਕੀਤੀ ਹੈ। ਢੀਂਡ ਸਾਹਿਬ ਨੇ ਤਾਂ ਇਹੀ ਗੱਲ ਕਹੀ ਸੀ ਵੀ ਅੱਜ ਦੂਜੇ ਤੇ ਵੀ ਨਹੀਂ ਅਸੀਂ ਰਹੇ, ਤੀਜੇ ਤੇ ਆ ਗਏ। ਲੋਕਾਂ ਦੇ ਵਿੱਚ ਸਾਡਾ ਵਿਸ਼ਵਾਸ ਖਤਮ ਹੋ ਗਿਆ। ਸਾਨੂੰ ਉਹਨੂੰ ਅੱਜ ਜਿਹੜੀਆਂ ਗੱਲਾਂ ਹੂਬਹੂ ਅੱਜ ਕੀਤੀਆਂ ਨੇ, ਜਿਹੜੀ ਝੁੰਦਾ ਕਮੇਟੀ ਨੇ ਲਿਖ ਕੇ ਦਿੱਤੀਆਂ, ਉਹੀ ਗੱਲਾਂ ਉਦੋਂ ਅੱਜ ਤੋਂ 5 ਸਾਲ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਹੀਆਂ। ਕਿਸੇ ਨੂੰ ਪੁੱਛ ਲਓ, ਜਿਹੜੇ ਕੋਈ ਪਾਰਟੀ ਦੇ ਵਿੱਚ ਸੀ ਉਹਨਾਂ ਨੂੰ ਗੱਲ ਕਰ ਲਓ। ਅਸੀਂ ਕੋਈ ਆਪਦੇ ਸਾਨੂੰ ਇਹ ਸੀਗਾ ਵੀ ਪਾਰਟੀ ਛੱਡ ਕੇ ਸਾਨੂੰ ਕੋਈ ਅਹੁਦਾ ਮਿਲ ਰਿਹਾ ਸੀ, ਜਾਂ ਪਾਰਟੀ ਛੱਡ ਕੇ ਸਾਨੂੰ ਕੁਛ ਸਾਨੂੰ ਕੋਈ ਅਸੀਂ ਅਹੁਦੇ ਲਏ ਨੇ ਵੀ ਜਿਹੜਾ ਉਹ ਕਹਿੰਦੇ ਨੇ ਵੀ ਜੇ ਤਾਂ ਉਦੋਂ ਛੱਡ ਗਏ। ਜਦ ਅਸੀਂ ਛੱਡ ਕੇ ਕਿਸੇ ਐਸੀ ਪਾਰਟੀ 'ਚ ਗਏ ਹੁੰਦੇ ਜਿੱਥੇ ਸਾਨੂੰ ਕੋਈ ਸੱਤਾ ਮਿਲੀ ਹੁੰਦੀ, ਫਿਰ ਤਾਂ ਉਹ ਕਹਿੰਦੇ ਵੀ ਜੀ ਮਾੜੇ ਟਾਈਮ 'ਤੇ ਅਸੀਂ। ਦੂਜੀ ਗੱਲ, ਜਦ ਪਾਰਟੀ ਪਹਿਲਾਂ ਵੀ ਮਾੜੇ ਟਾਈਮ ਸੀਗੀ, ਜਦ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖੜ੍ਹਨ ਨੂੰ ਤਿਆਰ ਨਹੀਂ ਸੀ, ਉਦੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਵਾਹਦ ਉਹਨਾਂ 2-3 ਆਗੂਆਂ ਦੇ ਵਿੱਚੋਂ ਸੀ ਜਿਹੜੇ ਮੂਹਰੇ ਹੋ ਕੇ ਲੜ ਕੇ ਲੜਾਈ ਲੜੀ। ਅਤੇ ਜੇ ਲੜਾਈ ਲੜੀ ਪਾਰਟੀ ਨੂੰ ਖੜ੍ਹਾ ਕਰਨ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਰੋਲ ਸੀ, ਤਾਂ ਫਿਰ ਕੀ ਉਹ ਰਾਜ ਸਭਾ ਵਾਸਤੇ ਕਦੇ ਉਹਨਾਂ ਦਾ ਹੱਕ ਨਹੀਂ ਸੀ ਬਣਦਾ? ਜਾਂ ਤਾਂ ਉਹਨੂੰ ਕਹੋ ਵੀ ਉਹਨਾਂ ਦਾ ਹੱਕ ਨਹੀਂ ਸੀ, ਅਸੀਂ ਤਾਂ ਫਿਰ ਵੀ ਦਿੱਤਾ, ਹੱਕ ਨਹੀਂ ਸੀ ਬਣਦਾ। ਫਿਰ ਤਾਂ ਅਸੀਂ ਗੱਲ ਕਰੀਏ, ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਟਾਡਾ ਦੇ ਵਿੱਚ ਵੀ ਅੰਦਰ ਰਹੇ, ਜਿਹੜਾ ਹੈ ਸਾਰਾ ਕੁਝ ਚੱਲਿਆ ਤੇ ਪਾਰਟੀ ਵਾਸਤੇ ਕੀਤਾ। 10 ਸਾਲਾਂ ਦੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਗੁਨਾਹ ਹੋਏ ਨੇ, ਭੁੱਲਾਂ ਹੋਈਆਂ ਨੇ, ਹੁਣ ਕਹਿੰਦੇ ਕਿ ਲੀਡਰਸ਼ਿਪ ਮਾਫੀ ਮੰਗੇ, ਤੇ ਕਹਿੰਦੇ ਬਰਾਬਰ ਰੋਲ ਤੇ ਸੁਖਦੇਵ ਸਿੰਘ ਢੀਂਡਸਾ ਹੁਣ ਪਰਮਿੰਦਰ ਸਿੰਘ ਢੀਂਡਸਾ, ਉਹ ਕਿਉਂ ਨਹੀਂ ਮਾਫੀ ਮੰਗਦੇ? ਮੇਰੀ ਗੱਲ ਸੁਣੋ, ਅਸੀਂ ਤਾਂ ਤੁਸੀਂ ਪੁੱਛ ਲਿਓ, ਮੈਂ ਤਾਂ ਇਹ ਵੀ ਗੱਲ ਕਹੀ ਸੀ ਵੀ ਸਾਨੂੰ ਜੇ ਅਸੀਂ ਮਾਫੀ ਮੰਗਣੀ, ਅਸੀਂ ਸਾਰੇ ਇੱਕ ਸਰਕਾਰ ਨੂੰ ਲੈ ਕੇ ਚੱਲੋ ਮਾਫੀ ਮੰਗਣ, ਅਸੀਂ ਵੀ ਜਾਣ ਨੂੰ ਤਿਆਰ ਹਾਂ। ਹਾਲਾਂਕਿ ਸਾਡਾ ਉਸ ਜਿਹੜੀਆਂ ਡਿਸੀਜਨ ਸੀਗੀਆਂ ਜਿਨ੍ਹਾਂ ਕਰਕੇ ਲੋਕ ਨਾਰਾਜ਼ ਹੋਏ, ਉਹਨਾਂ 'ਚ ਸਾਡਾ ਕੋਈ ਰੋਲ ਨਹੀਂ ਸੀ, ਨਾ ਹੀ ਸਾਡੀ ਕਿਸੇ ਦੀ ਦੂਜੇ ਰੰਗ ਦੇ ਲੀਡਰ ਦੀ, ਢੀਂਡ ਸਾਹਿਬ ਦੀ ਕਿਸੇ ਦੀ ਸਲਾਹ ਲਈ ਗਈ। ਪਰ ਫਿਰ ਵੀ ਮੈਂ ਮੀਟਿੰਗ ਦੇ ਵਿੱਚ ਇੱਕ ਕੋਰ ਕਮੇਟੀ ਸੱਦਿਆ ਸੀ, ਮੈਂ ਕਿਹਾ ਜੀ ਸਾਨੂੰ ਸਾਰਿਆਂ ਨੂੰ ਉਹ ਗਲਤੀਆਂ, ਚਾਹੇ ਬਹਿਬਲ ਕਲਾਂ, ਚਾਹੇ ਬਰਗਾੜੀ, ਸਾਨੂੰ ਅਕਾਲ ਤਖਤ ਸਾਹਿਬ 'ਚ ਪੇਸ਼ ਹੋ ਕੇ ਗਲਤੀ ਭਾਵੇਂ ਸਰਕਾਰ ਵੱਲੋਂ ਮੰਗ ਲਓ, ਅਸੀਂ ਮਿਨਿਸਟਰ ਸੀ, ਅਸੀਂ ਵੀ ਜਾਣ ਨੂੰ ਤਿਆਰ। ਮੈਂ ਤਾਂ ਇਹ ਗੱਲ ਕਹੀ ਹੈ ਉਦੋਂ, ਪਰ ਜੇ ਕੋਈ ਸੁਣੇ ਤਾਂ ਹੀ ਹੈ ਨਾ। ਹੁਣ ਮਾਫੀ ਜੇ ਮੰਗਦੇ ਨੇ, ਜੇ ਤੁਹਾਨੂੰ ਪਿੱਛੇ ਵਿਰਸਾ ਸਿੰਘ ਵਲਟੋਆ ਕਹਿੰਦੇ ਸਾਡੀ ਗਲਤੀ ਹੈ ਜੀ, ਸੈਣੀ ਸਾਹਿਬ ਨੂੰ DGP ਲਾਉਣਾ ਸਾਡੀ ਗਲਤੀ ਹੈ, ਇਹ ਗੱਲਾਂ ਪਹਿਲਾਂ ਹੁੰਦੀਆਂ ਰਹੀਆਂ। ਬਿਲਕੁਲ, ਢੀਂਡਸਾ ਸਾਹਿਬ ਜਦ ਆਏ ਬਾਦਲ ਸਾਹਿਬ ਨੂੰ, ਦੇਖੋ ਇਹ ਗੱਲਾਂ ਤਾਂ ਅਸੀਂ ਕਦੇ ਪਬਲਿਕਲੀ ਨਹੀਂ ਕਰਦੇ, ਕੋਈ ਪਾਰਟੀ ਦੇ ਵਿੱਚ ਹੁੰਦੀਆਂ ਕੋਈ ਗੱਲਾਂ ਤੁਸੀਂ ਚੰਗੇ ਬਣਾਉਂਦੇ, ਲੋਕ ਕਹਿਣਗੇ ਅੱਜ ਬਾਅਦ 'ਚ ਤੁਸੀਂ ਕਰ ਰਹੇ ਹੋ। ਢੀਂਡ ਸਾਹਿਬ ਨੇ ਕਿਹਾ, ਕਹਿੰਦੇ ਅਸੀਂ ਲੋਕਾਂ ਜਾਂਦੇ ਹਾਂ, ਮੈਂ ਬਾਹਰ ਜਾ ਕੇ ਆਇਆ, ਲੋਕ ਇੱਕੋ ਹੀ ਸਵਾਲ ਪੁੱਛਦੇ ਨੇ, ਤੁਸੀਂ ਯਾਰ ਬਾਕੀ ਤਾਂ ਠੀਕ ਹੈ, ਤੁਸੀਂ ਸੈਣੀ ਨੂੰ DGP ਲਾਤਾ। ਢੀਂਡ ਸਾਹਿਬ ਕਹਿੰਦੇ ਸਾਡੇ ਕੋਲ ਕੋਈ ਜਵਾਬ ਨਹੀਂ। ਬਾਦਲ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਗੱਲ ਦਾ। ਕੋਈ ਇਕੱਲੇ ਢੀਂਡ ਸਾਹਿਬ ਨੇ, ਹੋਰ ਆਗੂਆਂ ਨੇ ਵੀ ਕਈਆਂ ਨੇ ਕਿਹਾ ਜੀ ਇਹ ਬੜਾ ਗਲਤ ਹੈ, ਆਪਾਂ ਤਾਂ ਅਕਾਲੀ ਦਲ ਹੋ ਕੇ ਆਪਾਂ ਇਹਨੂੰ ਲਾ ਰਹੇ ਹਾਂ। ਅਤੇ ਇਹ ਨਹੀਂ ਹੈਗਾ ਵੀ ਉਦੋਂ ਗੱਲਾਂ ਸਾਰੇ ਨੇ, ਉਦੋਂ ਇਹ ਮੁੱਦੇ ਉੱਠੇ, ਬਰਗਾੜੀ ਤੋਂ ਬਾਅਦ ਵੀ ਉੱਠੇ ਆ ਸਾਰੇ ਮੁੱਦੇ। ਉਦੋਂ ਇਹ ਵੀ ਕਿਹਾ ਗਿਆ ਜੀ ਅਸੀਂ ਸਾਰਿਆਂ ਨੂੰ ਛੇਤੀ ਫੜ ਕੇ ਬੰਦਿਆਂ ਦੀ ਸ਼ਨਾਖਤ ਹੋਊਗੀ, ਸਜ਼ਾ ਦਿੱਤੀ ਜਾਊਗੀ। ਇਸ ਭਰੋਸੇ 'ਚ ਸਾਰੇ ਉਡੀਕਦੇ ਰਹੇ ਵੀ ਚਲੋ 6 ਮਹੀਨੇ ਟੱਪ ਗਏ, ਸਾਲ ਟੱਪ ਗਿਆ, ਵੀ ਸ਼ਾਇਦ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਦੇਖੋ ਆਸ ਹੁੰਦੀ ਹੈ ਵੀ ਹਾਂ ਜੇ ਦੋਸ਼ੀ ਨੇ ਉਹਨੂੰ ਫੜ ਕੇ ਸਜ਼ਾ ਹੋਊਗੀ, ਜਿਸ ਭਰੋਸਾ ਵੀ ਦਿਵਾਇਆ ਗਿਆ, ਪਰ ਨਹੀਂ ਹੋਇਆ ਅਤੇ ਲੋਕਾਂ 'ਚ ਰੋਸ ਹੋਰ ਵੱਧ ਗਿਆ। ਫਿਰ ਅਸੀਂ ਇਹ ਵੀ ਕਿਹਾ ਵੀ ਚਲੋ ਆਪਣੇ ਤੋਂ ਨਹੀਂ ਹੋਇਆ, ਆਪਾਂ ਗਲਤੀ ਮੰਨ ਲਈਏ। ਪਰ ਕੋਈ ਗੱਲ ਹੈ ਵੀ ਉਸ ਗੱਲ ਦਾ ਕੋਈ, ਜਦ ਬੰਦਾ ਇਹ ਨਹੀਂ ਹੁੰਦਾ ਵੀ ਬੰਦਾ ਰਾਤੋਂ ਰਾਤ ਹੀ ਉੱਠ ਕੇ ਕਹਿੰਦਾ ਜੀ ਮੈਂ ਤਾਂ ਪਾਰਟੀ 'ਚੋਂ ਜਾਂਦਾ, ਮੈਨੂੰ ਤੁਹਾਡੀ ਕੋਈ ਗੱਲ ਨਹੀਂ। ਜਦ ਵਾਰੀ ਪਾਰਟੀ ਦੇ ਵਿੱਚ ਗੱਲਾਂ ਕਰਨ ਦੇ ਬਾਵਜੂਦ ਜਦ ਕੋਈ ਉਹਦਾ ਸਿੱਟਾ ਨਾ ਨਿਕਲੇ, ਫਿਰ ਬੰਦੇ 'ਚ ਨਿਰਾਸ਼। ਤੇ ਢੀਂਡ ਸਾਹਿਬ ਨੇ ਕੋਈ ਇੱਕੋ ਦਮ ਪਾਰਟੀ ਬਣਾ ਲਈ ਸੀ, ਉਹ ਛੱਡ ਕੇ ਘਰੇ ਬਹਿ ਗਏ ਸੀ। ਉਹ ਕਹਿੰਦੇ ਮੈਂ
ਤਾਂ ਜਿਹੜਾ ਮਨਾਉਣ ਵੀ ਆਏ ਸੀ ਹੁਣ ਵੀ ਆਏ ਸੀਗੇ, ਉਹਨੇ ਮੈਨੂੰ ਵੀ ਕਿਹਾ ਉਦੋਂ ਵੀ ਮੈਂ ਤਾਂ ਸਿਆਸਤ ਛੱਡਤੀ, ਮੈਂ ਹੁਣ ਕੋਈ ਨਹੀਂ ਉਹ ਕਰਨਾ, ਵੀ ਤੂੰ ਆਪਦਾ ਜਿਵੇਂ ਦੇਖ ਲੈ। ਉਹਨੇ ਮੈਨੂੰ ਕਿਹਾ ਵੀ ਤੂੰ MP ਚੋਣ ਨਾ ਲੜੀ। ਚਲੋ ਮੇਰੇ 'ਤੇ ਉਦੋਂ ਪ੍ਰੈਸ਼ਰ ਪਾਇਆ, ਮੈਂ ਚੋਣ ਲੜੀ। ਮੈਨੂੰ ਸੀਗਾ ਮੈਂ ਪਾਰਟੀ ਦੇ ਵਿੱਚ ਆ, ਮੈਨੂੰ ਪਾਰਟੀ ਦੇ ਵਿੱਚ ਰਹਿ ਕੇ ਹੁਕਮ ਮਦੂਲੀ ਨਹੀਂ ਕਰਨੀ ਚਾਹੀਦੀ। ਅਸੀਂ ਪਾਰਟੀ ਦੇ ਜੇ ਇੰਨਾ ਕੁਛ ਪਾਰਟੀ ਨੇ ਦਿੱਤਾ ਤਾਂ ਪਾਰਟੀ ਜੇ ਅੱਜ ਮਾੜਾ ਟਾਈਮ ਹੈ ਜੇ ਲੜਨ ਦੀ, ਜੇ ਕੋਈ ਹੋਰ ਨਹੀਂ ਤਿਆਰ ਮੈਨੂੰ ਲੜਨਾ ਚਾਹੀਦਾ। ਹਾਲਾਂਕਿ ਮੈਂ ਸਿਟਿੰਗ MLA ਸੀ। ਮੈਂ ਸੁਖਬੀਰ ਸਿੰਘ ਬਾਦਲ ਜੀ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਵੈਸੇ ਮੈਂ ਚਾਹਵਾਨ ਨਹੀਂ ਹਾਂ, ਪਰ ਜੇ ਤੁਸੀਂ ਪਾਰਟੀ ਹੁਕਮ ਕਰੂਗੀ ਮੈਂ ਲੜੂੰਗਾ। ਕੱਲ੍ਹ ਨੂੰ ਇਹ ਨਾ ਕਹੇ ਜੀ ਦੇਖੋ ਜੀ ਉਹ ਤਾਂ ਜਦ ਚੰਗੇ ਜਿੱਤਦੇ ਸੀ ਉਹ ਤਾਂ ਤੁਸੀਂ ਟਿਕਟ ਮੰਗਦੇ, ਅੱਜ ਤੁਸੀਂ ਲੜਨ ਨੂੰ ਤਿਆਰ ਨਹੀਂ। ਲੜਾਂਗੇ, ਕੋਈ ਨਹੀਂ, ਹਾਰ ਗਏ ਤਾਂ ਕੀ ਫਰਕ ਪੈਂਦਾ ਹੈਗਾ। ਇਹ ਗੱਲਾਂ ਸਾਰੀਆਂ ਅਸੀਂ ਉਹ ਕੀਤੀਆਂ ਢੀਂਡਸਾ ਸਾਹਿਬ ਬੈਠ ਕੇ। ਪਰ ਜਦ ਅਕਾਲੀ ਦਲ ਦਾ 99 ਸਾਲ ਦਾ ਮਨਾਇਆ, ਉਦੋਂ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ, ਅੱਜ ਬ੍ਰਹਮਪੁਰਾ ਸਾਹਿਬ ਨੂੰ ਪੁੱਛ ਸਕਦੇ ਹੋ ਤੁਸੀਂ। ਰਤਨ ਸਿੰਘ ਜਨਾਲਾ ਉਹ ਗਏ ਢੀਂਡਸਾ ਸਾਹਿਬ ਕੋਲੇ, ਕਹਿੰਦੇ ਢੀਂਡਸਾ ਸਾਹਿਬ ਤੁਸੀਂ ਘਰੇ ਕਿਉਂ ਬੈਠੇ ਹੋ? ਜੋ ਸੁਖਬੀਰ ਚਾਹੁੰਦਾ ਸੀ ਤੁਸੀਂ ਤਾਂ ਉਹੀ ਕਰ ਰਹੇ ਹੋ। ਵੀ ਸੁਖਬੀਰ ਦਾ ਚਾਹੁੰਦਾ ਸੀ ਇਹ ਘਰੇ ਬੈਠ ਜਾਣ, ਚਲੋ ਮੈਨੂੰ ਕੋਈ ਪੁੱਛੇ ਨਾ। ਢੀਂਡਸਾ ਸਾਹਿਬ ਦਾ ਉਦੋਂ ਵੀ ਮਨ ਨਹੀਂ ਸੀ। ਫਿਰ ਉਹਨੇ ਜ਼ਬਰਦਸਤੀ ਉਹਨੂੰ ਕਿਹਾ ਵੀ ਨਹੀਂ ਤੁਸੀਂ ਐਕਟਿਵ ਹੋ, ਜਾਂ ਆਪਾਂ ਪਾਰਟੀ ਨੂੰ ਦੁਬਾਰੇ ਖੜਾ ਕਰਨਾ ਹੈਗਾ। ਮੇਰਾ ਇੱਕ ਸਵਾਲ ਹੈ, ਤੁਹਾਨੂੰ ਲੱਗਦਾ ਅਕਾਲੀ ਦਲ ਡੈਮੋਕ੍ਰੈਟਿਕ ਦੇਸ਼ ਦੇ ਲੋਕਤੰਤਰ ਜਾਂ ਫੈਡਰਲ ਢਾਂਚੇ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ, ਖੇਤਰੀ ਪਾਰਟੀਆਂ ਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਜੀ? ਦੇਖੋ, ਖੇਤਰੀ ਪਾਰਟੀਆਂ ਦਾ ਨਹੀਂ ਮੈਂ ਕਹਿ ਸਕਦਾ, ਪਰ ਪੰਜਾਬ ਦੇ ਵਿੱਚ ਅਕਾਲੀ ਦਲ, ਅਕਾਲੀ ਸੋਚ, ਅਕਾਲੀ ਵਿਚਾਰਧਾਰਾ ਦਾ ਕਿਸੇ ਰੂਪ 'ਚ ਵੀ ਰਹੇ। ਮੈਂ ਨਹੀਂ ਕਹਿੰਦਾ ਵੀ ਉਹ ਬਾਦਲ ਦਲ ਦੇ ਰੂਪ 'ਚ, ਕਿਸੇ ਰੂਪ 'ਚ, ਮੈਂ ਨਹੀਂ ਕਹਿੰਦਾ ਵੀ ਸਾਡੇ ਰੂਪ 'ਚ, ਕਿਸੇ ਰੂਪ 'ਚ ਵੀ ਰਹੇ। ਇਹ ਪੰਜਾਬ ਦੇ ਵਾਸਤੇ ਤੇ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਵਾਸਤੇ ਬੜਾ ਜ਼ਰੂਰੀ ਹੈ, ਕਿਉਂਕਿ ਇਹ ਆਪਦੀ ਪਾਰਟੀ ਹੀ ਜਿਹੜੀ ਹੈ ਉਹ ਤੁਹਾਡੀ ਜਿਹੜੀ ਹੈ ਲੜਾਈ ਲੜ ਸਕਦੀ ਹੈ। ਤੁਹਾਡਾ ਦੁੱਖ ਸੈਂਟਰਲ ਨੈਸ਼ਨਲ ਪਾਰਟੀਆਂ ਨੇ, ਉਹਨਾਂ ਦੇ ਨੈਸ਼ਨਲ ਇੰਟਰਸਟ ਨੇ, ਉਹਨਾਂ ਦਾ ਕਿਸੇ ਪਰਟੀਕੂਲਰ ਕਮੇਟੀ ਨਾਲ, ਕਿਸੇ ਖਿੱਤੇ ਨਾਲ ਕੋਈ ਬਾਹਲਾ ਨਹੀਂ ਹੁੰਦਾ। ਉਹ ਨਾ ਹੀ ਕਿਸੇ ਖਿੱਤੇ ਦੀ ਇੱਕ ਪੱਖ ਵੀ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਹਰਿਆਣੇ 'ਚ ਵੀ ਵੋਟਾਂ ਮੰਗਣੀਆਂ, ਹਿਮਾਚਲ 'ਚ ਵੀ ਮੰਗਣੀਆਂ, ਸਾਰੀ ਜਗ੍ਹਾ ਮੰਗਣੀਆਂ। ਉਹ ਪਰ ਜਿਹੜੇ ਸਟੇਟ ਦੇ ਇਸ਼ੂਜ਼ ਨੇ ਉਹਨਾਂ ਲਈ ਤਾਂ ਰੀਜਨਲ ਪਾਰਟੀ ਜਾਂ ਸਟੇਟ ਦੀ ਪਾਰਟੀ, ਕਮਿਊਨਿਟੀ ਵਾਸਤੇ ਉਸ ਕੌਮ ਦੀ ਪਾਰਟੀ ਜਿਹੜੀ ਹੈ ਉਹ ਲੜਾਈ ਲੜ ਸਕਦੀ ਹੈ। ਇਸ ਪੱਖ ਤੋਂ ਮੈਂ ਕਹਿਣਾ ਗਾ, ਲੋਕਾਂ ਨੇ ਸਿਮਰਜੀਤ ਸਿੰਘ ਮਾਨ ਜੀ ਨੂੰ ਵੋਟ ਕਿਉਂ ਪਾਈ? ਕਿਉਂਕਿ ਅੱਜ ਵੀ ਪੰਥਕ ਜਜ਼ਬਾ, ਪੰਥਕ ਵਿਚਾਰਧਾਰਾ ਲੋਕਾਂ 'ਚ ਜਿਉਂਦਾ ਹੈ। ਉਹ ਪੰਥਕ ਲੋਕਾਂ ਨੇ ਵੋਟ ਪਾਈ ਹੈ ਸਿਮਰਜੀਤ ਸਿੰਘ ਮਾਨ ਨੂੰ। ਜੇ ਆਪਾਂ ਕਹੀਏ ਵੀ ਪੰਥਕ ਵਿਚਾਰਧਾਰਾ ਖਤਮ ਹੋਈ, ਨਹੀਂ ਹੋਈ। ਹਾਂ, ਉਹਨਾਂ ਨੂੰ ਇੱਕ ਆਲਟਰਨੇਟਿਵ, ਉਹਨਾਂ ਨੇ ਦੇਖਿਆ ਵੀ ਨਹੀਂ ਇੱਥੇ ਸਾਡਾ ਵਿਸ਼ਵਾਸ ਨਹੀਂ ਹੈ, ਤਾਂ ਫਿਰ ਸਿਮਰਜੀਤ ਸਿੰਘ ਮਾਨ ਨੂੰ ਪਾਓ। ਚਲੋ ਉਹਨਾਂ ਦੀ ਕੋਈ ਕੌਮ ਵਾਸਤੇ ਭਾਵਾਂ ਉਹਨਾਂ ਦੇ ਜੋ ਫੈਸਲੇ ਬਾਅਦ ਵਿੱਚ ਉਹਨਾਂ ਦੇ ਕਿੰਤੂ ਪਰੰਤੂ ਕਰ ਸਕਦੇ ਹੋ, ਪਰ ਉਹਨਾਂ ਦੀ ਕੁਰਬਾਨੀ, ਉਹਨਾਂ ਨੇ, ਇਹ ਤਾਂ ਨਹੀਂ ਆਪਾਂ ਕਹਿ ਸਕਦੇ ਉਹਨਾਂ ਦੀ ਕੁਰਬਾਨੀ ਨਹੀਂ ਹੈ, ਕੁਰਬਾਨੀ ਹੈ ਉਹਨਾਂ ਦੀ। ਇਸ ਚੀਜ਼ ਤੋਂ ਕੋਈ ਡਿਨਾਈ ਨਹੀਂ ਕਰ ਸਕਦਾ। ਸੋ ਲੋਕਾਂ ਨੇ ਉਹਨੂੰ ਵੋਟ ਪਾਈ। ਚਲੋ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਔਰ ਜਿੱਥੇ ਤੱਕ ਪੰਜਾਬ ਦਾ ਮਸਲਾ, ਔਰ ਵਾਕਈ ਜਿਹੜੇ ਸੂਬੇ ਦੇ ਜਿਹੜੇ ਮਸਲੇ ਹੈਗੇ ਨੇ, ਜੇ ਸੈਂਟਰ ਲੈਵਲ ਤੇ ਠਾਉਣੇ ਹੈਗੇ ਨੇ, ਤਾਂ ਫਿਰ ਸੂਬਾਈ ਪਾਰਟੀਆਂ ਹੀ ਠਾ ਸਕਦੀਆਂ। ਤੇ ਇਹਨਾਂ ਹਾਲਾਤਾਂ 'ਚ ਅਗਰ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਤੇ ਮੁੱਦੇ ਸੈਂਟਰ ਲੈਵਲ ਤੇ ਆਉਣ ਵਾਲੇ ਸਮੇਂ 'ਚ ਕਿਵੇਂ ਉੱਠਣਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ, ਲੱਗਦਾ ਕਿ ਉਸ ਤੋਂ ਬਾਅਦ ਮੁੜ ਸੁਰਜੀਤ ਹੋਣਾ ਔਖਾ ਲੱਗਦਾ। ਔਰ ਜਿੱਥੋਂ ਤੱਕ ਲੀਡਰਸ਼ਿਪ ਦੇ ਸਵਾਲ ਦੀਆਂ ਗੱਲਾਂ ਹੋ ਰਹੀਆਂ ਨੇ ਅਕਾਲੀ ਦਲ ਦੀ ਪਾਰਟੀ ਦੇ ਵਿੱਚ, ਉਹ ਵੀ ਮੌਕੇ 'ਤੇ ਟਵਿਸਟ ਹੋ ਰਹੀਆਂ ਨੇ। ਪਰ ਜਿੱਥੋਂ ਤੱਕ ਸੁਖਦੇਵ ਸਿੰਘ ਢੀਂਡਸਾ ਜਾਂ ਪਰਮਿੰਦਰ ਸਿੰਘ ਢੀਂਡਸਾ ਦਾ ਸਵਾਲ ਆ, ਇਕਬਾਲ ਸਿੰਘ ਝੂੰਦਾ ਉਹਨਾਂ ਨੂੰ ਵਧੀਆ ਜਵਾਬ ਮਿਲ ਗਿਆ ਕਿ ਜਦੋਂ ਆਜ਼ਾਦ ਤੋਂ ਬਾਅਦ ਅਕਾਲੀ ਦਲ 'ਚ ਸ਼ਾਮਲ ਹੋਏ ਤੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਸ਼ਾਮਲ ਕਰਾਏ, ਤੇ ਫਿਰ ਉਹ ਕੌਣ ਨੇ ਲੁਟੇਰੇ ਜਾਂ ਠੱਗ? ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।